सत श्री अकाल जी सारिਆਂ ਨੂੰ। ਅੱਜ ਆਪਾਂ ऑप्टिकल फाइबर कम्यूनिकेशन ਦਾ ਨੈਕਸਟ ਚੈਪਟਰ ਕੰਟੀਨਿਊ ਕਰਾਂਗੇ। ਚੈਪਟਰ 3 ਚੈਪਟਰ 3 ਦਾ ਨਾਮ ਹੈ ऑप्टिकल फाइबर एंड केबल्स। इस चैप्टर ਦੇ ਵਿੱਚ ਆਪਾਂ ਸਭ ਤੋਂ ਪਹਿਲਾ ਟੌਪਿਕ ਕਰਾਂਗੇ ਐਕਸੈਪਟੈਂਸ ਐਂਗਲ। एक्सेप्टेंस एंगल की डेफिनेशन। एक्सेप्टेंस एंगल इज डिफाइंड एज मैक्सिमम एंगल फ्रॉम द फाइबर एक्सिस at which light may enter the fiber so that it will travel in the core of fiber by total internal reflection। the acceptance angle ਉਹ ਮੈਕਸਿਮਮ ਐਂਗਲ ਬਣਦਾ ਫਾਈਬਰ ਦੇ ਐਕਸਿਸ ਉੱਪਰ ਜਦੋਂ ਲਾਈਟ ਥਰੂ ਸਿਗਨਲ ਪਾਸ ਕਰਦਾ ऑप्टिकल फाइबर ਦੇ ਵਿੱਚੋਂ। ਜਦੋਂ ਲਾਈਟ ਫਾਈਬਰ ਦੇ ਵਿੱਚ ਜਾਂ ਕੋਰ ਦੇ ਵਿੱਚ ਟਰੈਵਲ ਕਰਦੀ ਹੈ ਤਾਂ ਉਸ ਟਾਈਮ ਜੋ ਐਂਗਲ ਬਣਦਾ ਉਸ ਨੂੰ ਕਹਿੰਦੇ ਨੇ ਐਕਸੈਪਟੈਂਸ ਐਂਗਲ। ਤੁਸੀਂ ਡਾਇਗਰਾਮ ਦੇ ਵਿੱਚ ਦੇਖੋਗੇ ਕਿ ਫਾਈਬਰ ਦੇ ਐਕਸਿਸ ਉੱਪਰ ਇੱਕ ਲਾਈਟ ਐਂਟਰ ਕਰ ਰਹੀ ਹੈ ਤਾਂ ਇਹ ਜਿਸ ਐਂਗਲ 'ਤੇ ਮੈਕਸਿਮਮ ਐਂਗਲ 'ਤੇ ਐਂਟਰ ਕਰ ਰਹੀ ਹੈ ਤਾਂ ਉਸ ਨੂੰ ਕੀ ਕਹਿੰਦੇ ਨੇ ਐਕਸੈਪਟੈਂਸ ਐਂਗਲ। ਇੱਕੋ ਟਾਈਮ ਫਾਈਬਰ ਦੇ ਵਿੱਚ ਬਹੁਤ ਸਾਰੀ ਰੇਜ਼ ਐਂਟਰ ਕਰ ਸਕਦੀਆਂ ਨੇ। ਇਹ ਡਿਫਰੈਂਟ ਐਂਗਲਸ ਉੱਪਰ ਐਂਟਰ ਕਰਦੀਆਂ ਨੇ ਅਤੇ ਐਕਸਿਸ ਵਿੱਚੋਂ ਪਾਸ ਕਰਦੀਆਂ ਨੇ। ਤਾਂ ਜਦੋਂ ਵੀ ਇਹ ਟਰੈਵਲ ਕਰਦੀਆਂ ਨੇ ਕੋਰ ਦੇ ਵਿੱਚੋਂ ਤਾਂ ਟੋਟਲ ਇੰਟਰਨਲ ਰਿਫਲੈਕਸ਼ਨ ਫਿਨੋਮੇਨਾ ਦੇ ਨਾਲ ਐਂਟਰ ਕਰਦੀਆਂ ਨੇ। ਟੋਟਲ ਇੰਟਰਨਲ ਰਿਫਲੈਕਸ਼ਨ ਨਾਲ ਹੀ ਇਹ ਇੱਕ ਤੋਂ ਦੂਜੀ ਜਗ੍ਹਾ 'ਤੇ ਜਾਂਦੀਆਂ ਹਨ। ਕਿਹੜੇ ਐਂਗਲ 'ਤੇ? ਕ੍ਰਿਟੀਕਲ ਐਂਗਲ 'ਤੇ। ਕ੍ਰਿਟੀਕਲ ਐਂਗਲ ਉਹ ਮਿਨੀਮਮ ਐਂਗਲ ਹੁੰਦਾ ਹੈ ਜਿੱਥੇ ਟੋਟਲ ਇੰਟਰਨਲ ਫਿਨੋਮੇਨਾ ਅਕਰ ਕਰਦਾ ਹੈ। ਆਪਾਂ ਪਹਿਲਾਂ ਵੀ ਪੜ੍ਹਿਆ ਸੀ ਕਿ ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੁੰਦਾ ਹੈ ਕਿ ਜਦੋਂ ਆਪਣਾ ਇੰਸੀਡੈਂਟ ਐਂਗਲ ਕ੍ਰਿਟੀਕਲ ਐਂਗਲ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਲਾਈਟ ਦੂਸਰੇ ਮੀਡੀਅਮ ਵਿੱਚ ਜਾਣ ਦੀ ਬਜਾਏ ਆਪਣੇ ਹੀ ਮੀਡੀਅਮ ਵਿੱਚ ਵਾਪਸ ਆ ਜਾਂਦੀ ਹੈ। ਤਾਂ ਲਾਈਟ ਰਿਫਰੈਕਟ ਹੋਣ ਦੀ ਬਜਾਏ ਰਿਫਲੈਕਟ ਹੋ ਕੇ ਆਪਣੇ ਹੀ ਮੀਡੀਅਮ ਵਿੱਚ ਵਾਪਸ ਆ ਜਾਂਦੀ ਹੈ। ਤਾਂ ਇਸ ਫਿਨੋਮੇਨਾ ਨੂੰ ਕੀ ਕਹਿੰਦੇ ਨੇ? ਟੋਟਲ ਇੰਟਰਨਲ ਰਿਫਲੈਕਸ਼ਨ। ਤਾਂ ਟੋਟਲ ਇੰਟਰਨਲ ਰਿਫਲੈਕਸ਼ਨ ਦੇ ਨਾਲ ਹੀ ਲਾਈਟ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਂਦੀ ਹੈ। ਤਾਂ ਐਕਸੈਪਟੈਂਸ ਐਂਗਲ ਦਾ ਫਾਰਮੂਲਾ ਦਿੱਤਾ ਹੋਇਆ, ਇੱਥੇ ਇਕੁਏਸ਼ਨ ਦਿੱਤੀ ਹੋਈ ਹੈ, ਇਹਨੂੰ ਰਿਪਰੈਜ਼ੈਂਟ ਕਰਦੇ ਨੇ ਆਈ ਨੋਟ ਦੇ ਨਾਲ। ਤਾਂ ਆਈ ਨੋਟ ਕਾਹਦੇ ਬਰਾਬਰ ਹੁੰਦਾ? ਸਾਈਨ ਇਨਵਰਸ ਸਕੁਆਇਰ ਰੂਟ n1 ਸਕੁਆਇਰ ਮਾਈਨਸ n2 ਸਕੁਆਇਰ। ਤਾਂ ਇਹ ਫਾਰਮੂਲਾ ਹੈ ਐਕਸੈਪਟੈਂਸ ਐਂਗਲ ਪਤਾ ਕਰਨ ਦਾ। n1 ਕੀ ਹੈ? ਰਿਫਰੈਕਟਿਵ ਇੰਡੈਕਸ ਆਫ ਕੋਰ। ਤਾਂ n1 ਹੈ ਕੋਰ ਦਾ ਰਿਫਰੈਕਟਿਵ ਇੰਡੈਕਸ ਅਤੇ n2 ਕੀ ਹੈ? ਕਲੈਡਿੰਗ ਦਾ ਰਿਫਰੈਕਟਿਵ ਇੰਡੈਕਸ। ਟੋਟਲ ਇੰਟਰਨਲ ਰਿਫਲੈਕਸ਼ਨ ਜੋ ਫਿਨੋਮੇਨਾ ਹੈ ਇਹ ਸਿਰਫ ਕੋਰ ਦੇ ਵਿੱਚ ਹੁੰਦਾ ਹੈ। ਕਲੈਡਿੰਗ ਦੇ ਵਿੱਚੋਂ ਲਾਈਟ ਰੇਜ਼ ਐਂਟਰ ਨਹੀਂ ਕਰਦੀਆਂ। ਨੈਕਸਟ ਟੌਪਿਕ ਹੈ ਆਪਣੇ ਕੋਲ ਨੂਮੈਰੀਕਲ ਅਪਰਚਰ। ਤਾਂ ਨੂਮੈਰੀਕਲ ਅਪਰਚਰ ਦੀ ਡੈਫੀਨੇਸ਼ਨ। ਨੂਮੈਰੀਕਲ ਅਪਰਚਰ is an indication of how well an optical fiber accepts and propagates light। ਤਾਂ ਨੂਮੈਰੀਕਲ ਅਪਰਚਰ ਸਾਨੂੰ ਇਹ ਦੱਸਦਾ ਹੈ ਕਿ ਕੋਰ ਦੀ ਕਿੰਨੀ ਸ਼ਮਤਾ ਹੈ, ਕਿੰਨੀ ਐਬਿਲਿਟੀ ਹੈ ਲਾਈਟ ਨੂੰ ਟਰਾਂਸਫਰ ਕਰਨ ਦੀ, ਲਾਈਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਭੇਜਣ ਦੀ। The higher the numerical aperture allows the fiber to accept more light and propagate more modes। ਤਾਂ ਜਿੰਨਾ ਜ਼ਿਆਦਾ ਨੂਮੈਰੀਕਲ ਅਪਰਚਰ ਹੋਵੇਗਾ ਫਾਈਬਰ ਉਨੀ ਜ਼ਿਆਦਾ ਲਾਈਟ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਭੇਜ ਸਕੇਗੀ ਅਤੇ ਉਨੇ ਹੀ ਜ਼ਿਆਦਾ ਤਰੀਕਿਆਂ ਨਾਲ ਜਾਂ ਮੋਡਸ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਭੇਜ ਸਕੇਗੀ। ਹੁਣ ਆਪਾਂ ਦੇਖਾਂਗੇ ਨੂਮੈਰੀਕਲ ਅਪਰਚਰ ਦਾ ਫਾਰਮੂਲਾ। ਨੂਮੈਰੀਕਲ ਅਪਰਚਰ ਨੂੰ NA ਦੇ ਨਾਲ ਲਿਖਿਆ ਜਾਂਦਾ ਹੈ ਅਤੇ ਇਹਦਾ ਫਾਰਮੂਲਾ ਕੀ ਹੈ? ਸਾਈਨ ਆਈ ਨੋਟ। ਤਾਂ ਆਈ ਨੋਟ ਕੀ ਸੀ ਆਪਣੇ ਕੋਲ? ਐਕਸੈਪਟੈਂਸ ਐਂਗਲ। ਸਾਈਨ ਆਈ ਨੋਟ ਸਕੁਆਇਰ ਰੂਟ n1 ਸਕੁਆਇਰ ਮਾਈਨਸ n2 ਸਕੁਆਇਰ। ਤਾਂ n1 ਕੀ ਸੀ? ਰਿਫਰੈਕਟਿਵ ਇੰਡੈਕਸ ਆਫ ਕੋਰ ਮਾਈਨਸ n2 ਕੀ ਸੀ? ਰਿਫਰੈਕਟਿਵ ਇੰਡੈਕਸ ਆਫ ਕਲੈਡਿੰਗ।
ਤਾਂ ਨੂਮੈਰੀਕਲ ਅਪਰਚਰ ਆਪਾਂ ਨੂੰ ਕੀ ਸ਼ੋ ਕਰੇਗਾ ਕਿ ਲਾਈਟ ਦੀ ਜਾਂ ਕੋਰ ਦੀ ਕਿੰਨੀ ਐਬਿਲਿਟੀ ਹੈ ਲਾਈਟ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰਾਂਸਫਰ ਕਰਨ ਦੀ। ਜਿੰਨਾ ਜ਼ਿਆਦਾ ਨੂਮੈਰੀਕਲ ਅਪਰਚਰ ਹੋਏਗਾ ਲਾਈਟ ਉਨੀ ਜ਼ਿਆਦਾ ਕੋਰ ਦੇ ਵਿੱਚੋਂ ਟਰਾਂਸਫਰ ਹੋਏਗੀ ਅਤੇ ਉਨੇ ਜ਼ਿਆਦਾ ਕੀ ਹੋਣਗੇ, ਮੋਡਸ ਹੋਣਗੇ। ਅੱਗੇ ਜਾ ਕੇ ਆਪਾਂ ਮੋਡਸ ਬਾਰੇ ਵੀ ਦੇਖਾਂਗੇ। ਤਾਂ ਨੂਮੈਰੀਕਲ ਅਪਰਚਰ ਦੀ ਜੋ ਰੇਂਜ ਹੈ ਉਹ 0.4 ਤੋਂ 0.5 ਤੱਕ ਵੇਰੀ ਕਰਦੀ ਆ ਸ਼ਾਰਟ ਡਿਸਟੈਂਸ ਕਮਿਊਨੀਕੇਸ਼ਨ ਲਈ, ਮਤਲਬ ਜਿੱਥੇ ਥੋੜ੍ਹੀ ਦੂਰੀ ਦੀ ਕਮਿਊਨੀਕੇਸ਼ਨ ਕੀਤੀ ਜਾਂਦੀ ਹੈ, ਅਤੇ 0.1 ਤੋਂ 0.3 ਯੂਜ਼ ਕੀਤੀ ਜਾਂਦੀ ਹੈ ਲੌਂਗ ਡਿਸਟੈਂਸ ਕਮਿਊਨੀਕੇਸ਼ਨ ਲਈ। ਹੁਣ ਆਪਾਂ ਦੇਖਾਂਗੇ ਜੋ ਬੇਸਿਕ ਚੀਜ਼ ਹੈ ਮੋਡਸ ਆਫ ਦਾ ਫਾਈਬਰ। ਪਹਿਲਾਂ ਆਪਣੇ ਲਈ ਇਹ ਸਮਝਣਾ ਜ਼ਰੂਰੀ ਹੋਵੇਗਾ ਕਿ ਮੋਡ ਕੀ ਹੈ। ਤਾਂ ਆਪਾਂ ਮੋਡ ਦੀ ਡੈਫੀਨੇਸ਼ਨ ਦੇਖਾਂਗੇ। The mode of an optical fiber is nothing but the pattern of how light propagates along the axis of fiber। ਤਾਂ ਮੋਡ ਕੀ ਹੁੰਦਾ ਬੇਸਿਕਲੀ ਇੱਕ ਪਾਥ ਹੁੰਦਾ, ਇੱਕ ਰਾਸਤਾ ਹੁੰਦਾ, ਪਾਥ ਫੋਲੋਡ ਬਾਈ ਲਾਈਟ ਇਨ ਫਾਈਬਰ। ਤਾਂ ਜੋ ਲਾਈਟ ਜਿਸ ਤਰੀਕੇ ਨਾਲ ਫਾਈਬਰ ਦੇ ਵਿੱਚੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਟਰੈਵਲ ਕਰਦੀ ਹੈ ਤਾਂ ਉਸਨੂੰ ਕੀ ਕਹਿੰਦੇ ਹਨ, ਮੋਡ। ਤਾਂ ਇਹ ਕਿਸੇ ਵੀ ਤਰੀਕੇ ਦਾ ਹੋ ਸਕਦਾ ਹੈ, ਜਿਸ ਤਰ੍ਹਾਂ ਇੱਕ ਸਿੱਧੀ ਲਾਈਨ ਦੇ ਵਿੱਚ ਜਾਂ ਫਿਰ ਇੱਕ ਜ਼ਿਗਜ਼ੈਗ ਪੈਟਰਨ ਦੇ ਵਿੱਚ। ਲਾਈਟ ਦੋ ਤਰੀਕਿਆਂ ਨਾਲ ਫਾਈਬਰ ਦੇ ਵਿੱਚੋਂ ਪਾਸ ਕਰ ਸਕਦੀ ਹੈ। ਸਭ ਤੋਂ ਪਹਿਲਾ ਕੀ ਹੈ, ਸਿੰਗਲ ਮੋਡ ਫਾਈਬਰ, ਮਤਲਬ ਇਹਦੇ ਵਿੱਚੋਂ ਲਾਈਟ ਇੱਕ ਹੀ ਤਰੀਕੇ ਨਾਲ ਫੋਲੋ ਕਰ ਸਕਦੀ ਹੈ ਜਾਂ ਇੱਕ ਹੀ ਤਰੀਕੇ ਦਾ ਪਾਥ ਫੋਲੋ ਕਰਦੀ ਹੈ। ਦੂਸਰਾ ਹੈ ਮਲਟੀ ਮੋਡ ਫਾਈਬਰ। ਮਲਟੀ ਮੋਡ ਫਾਈਬਰ ਦਾ ਮਤਲਬ ਹੈ ਇਸ ਵਿੱਚ ਇੱਕ ਤੋਂ ਵੱਧ ਪਾਥ ਲਾਈਟ ਫੋਲੋ ਕਰ ਸਕਦੀ ਹੈ। ਇਸ ਤਰ੍ਹਾਂ ਮੋਡਸ ਦੇ ਬੇਸਿਸ ਉੱਪਰ ਆਪਟੀਕਲ ਫਾਈਬਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਸਭ ਤੋਂ ਪਹਿਲਾ ਹੈ ਆਪਣੇ ਕੋਲ ਸਿੰਗਲ ਮੋਡ ਤੇ ਮਲਟੀ ਮੋਡ ਫਾਈਬਰ। ਹੁਣ ਆਪਾਂ ਦੇਖਦੇ ਹਾਂ ਕਿ ਸਿੰਗਲ ਮੋਡ ਫਾਈਬਰ ਕੀ ਹੈ। ਦ ਸਿੰਗਲ ਮੋਡ ਫਾਈਬਰ has a smaller core diameter, which means only a single light can pass through the fiber at a time। ਤਾਂ ਸਿੰਗਲ ਮੋਡ ਫਾਈਬਰ ਦੇ ਵਿੱਚ ਕੋਰ ਦਾ ਜਿਹੜਾ ਡਾਇਆਮੀਟਰ ਹੈ, ਕੋਰ ਦਾ ਸਾਈਜ਼ ਹੈ, ਉਹ ਬਹੁਤ ਛੋਟਾ ਹੈ। ਇੰਨੇ ਛੋਟੇ ਸਾਈਜ਼ ਹੋਣ ਦੇ ਕਰਕੇ ਹੀ ਇਹਦੇ ਵਿੱਚੋਂ ਇੱਕ ਹੀ ਲਾਈਟ ਫਾਈਬਰ ਦੇ ਵਿੱਚ ਇੱਕ ਟਾਈਮ 'ਤੇ ਪਾਸ ਕਰ ਸਕਦੀ ਹੈ। ਤੁਸੀਂ ਡਾਇਗਰਾਮ ਦੇ ਵਿੱਚ ਦੇਖੋਗੇ ਕਿ ਕੋਰ ਦਾ ਸਾਈਜ਼ ਬਹੁਤ ਛੋਟਾ ਹੈ ਕਲੈਡਿੰਗ ਦੇ ਨਾਲੋਂ। ਸਾਈਜ਼ ਛੋਟਾ ਹੋਣ ਕਰਕੇ ਹੀ ਇਸ ਵਿੱਚੋਂ ਸਿਰਫ ਇੱਕ ਟਾਈਮ 'ਤੇ ਇੱਕ ਹੀ ਲਾਈਟ ਰੇ ਐਂਟਰ ਕਰ ਸਕਦੀ ਹੈ। ਡਿਫਰੈਂਸ ਬਿਟਵੀਨ ਦਾ ਰਿਫਰੈਕਟਿਵ ਇੰਡੈਕਸ ਆਫ ਦਾ ਕੋਰ ਐਂਡ ਕਲੈਡਿੰਗ ਇਜ਼ ਵੈਰੀ ਸਮਾਲ। ਤਾਂ ਜੋ ਇਹਨਾਂ ਦਾ ਰਿਫਰੈਕਟਿਵ ਇੰਡੈਕਸ ਹੈ ਉਹਨਾਂ ਦਾ ਜਿਹੜਾ ਡਿਫਰੈਂਸ ਹੈ ਉਹ ਬਹੁਤ ਘੱਟ ਹੁੰਦਾ ਹੈ, ਕਿਹਦਾ, ਕੋਰ ਅਤੇ ਕਲੈਡਿੰਗ ਦਾ। A single light passing through fiber implies less loss and hence longer distances and more bandwidth। ਸਿੰਗਲ ਲਾਈਟ ਪਾਸ ਕਰਨ ਦਾ ਮਤਲਬ ਹੈ ਕਿ ਇਸ ਵਿੱਚ ਲੌਸਸ ਬਹੁਤ ਹੀ ਘੱਟ ਹੁੰਦੇ ਨੇ। ਤਾਂ ਘੱਟ ਲੌਸਸ ਹੋਣ ਦੇ ਕਰਕੇ ਹੀ ਇਸ ਨੂੰ ਜ਼ਿਆਦਾ ਡਿਸਟੈਂਸ ਵਾਲੀ ਕਮਿਊਨੀਕੇਸ਼ਨ ਵਿੱਚ ਯੂਜ਼ ਕੀਤਾ ਜਾਂਦਾ ਹੈ। ਅਤੇ ਜੇ ਜ਼ਿਆਦਾ ਘੱਟ ਲੌਸਸ ਨੇ ਆਪਣੇ ਕੋਲ, ਡਿਸਟੈਂਸ ਵੀ ਜ਼ਿਆਦਾ ਹੈ, ਤਾਂ ਇਹਦਾ ਮਤਲਬ ਕੀ ਹੈ, ਇਹਦੀ ਬੈਂਡਵਿਡਥ ਕੀ ਹੈ, ਜ਼ਿਆਦਾ ਹੈ। ਬੈਂਡਵਿਡਥ ਜ਼ਿਆਦਾ ਹੋਣ ਦਾ ਮਤਲਬ ਹੈ ਕਿ ਆਪਣਾ ਡਾਟਾ ਜਿਹੜਾ ਕੈਰੀ ਹੋ ਸਕਦਾ ਹੈ ਉਹ ਕੀ ਹੋ ਸਕਦਾ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜ਼ਿਆਦਾ ਡਾਟਾ ਹੋ ਸਕਦਾ ਹੈ ਕੈਰੀ। ਦੂਸਰੀ ਟਾਈਪ ਹੈ ਮਲਟੀ ਮੋਡ ਫਾਈਬਰ। ਦ ਮਲਟੀ ਮੋਡ ਫਾਈਬਰ ਅਲਾਉਜ਼ ਫਾਈਬਰ ਟੂ ਕੈਰੀ ਮੋਰ ਦੈਨ ਵਨ ਮੋਡ। ਤਾਂ ਮਲਟੀ ਮੋਡ ਫਾਈਬਰ ਦਾ ਮਤਲਬ ਹੈ ਕਿ ਫਾਈਬਰ ਇੱਕ ਸਮੇਂ 'ਤੇ ਇੱਕ ਤੋਂ ਵੱਧ ਮੋਡ ਨੂੰ ਕੈਰੀ ਕਰਦਾ ਹੈ। ਤਾਂ ਫਾਈਬਰ ਦੇ ਵਿੱਚ ਲਾਈਟ ਰੇਜ਼ ਇੱਕ ਤੋਂ ਵੱਧ ਇੱਕ ਟਾਈਮ 'ਤੇ ਐਂਟਰ ਕਰ ਸਕਦੀਆਂ ਹਨ। ਇਨ ਦਾ ਮਲਟੀਪਲ ਮੋਡਸ ਸੈਵਰਲ ਲਾਈਟ ਸਿਗਨਲਸ ਕੈਨ ਪਾਸ ਐਟ ਅ ਟਾਈਮ। ਤਾਂ ਹੁਣੇ ਤੁਹਾਨੂੰ ਦੱਸਿਆ ਕਿ ਮਲਟੀ ਮੋਡ ਦੇ ਵਿੱਚ ਇੱਕ ਟਾਈਮ ਦੇ ਉੱਤੇ ਬਹੁਤ ਸਾਰੀਆਂ ਜਾਂ ਕਈ ਲਾਈਟ ਸਿਗਨਲਸ ਇੱਕ ਟਾਈਮ 'ਤੇ ਐਂਟਰ ਕਰ ਸਕਦੇ ਹਨ। ਦੇ ਕਾਜ਼ ਪ੍ਰੀਟੀ ਲਾਰਜ ਲੌਸਸ ਡਿਊਰਿੰਗ ਟਰਾਂਸਮਿਸ਼ਨ।
ਤਾਂ ਜਦੋਂ ਇਹ ਬਹੁਤ ਸਾਰੀਆਂ ਲਾਈਟ ਰੇਜ਼ ਇਕੱਠੀਆਂ ਐਂਟਰ ਕਰਦੀਆਂ ਨੇ ਤਾਂ ਇਹਨਾਂ ਵਿੱਚ ਥੋੜ੍ਹੇ ਬਹੁਤ ਟਰਾਂਸਮਿਸ਼ਨ ਲੌਸਿਸ ਵੀ ਹੁੰਦੇ ਨੇ। ਤਾਂ ਜਿੰਨੀਆਂ ਜ਼ਿਆਦਾ ਰੇਜ਼ ਐਂਟਰ ਕਰਦੀਆਂ ਨੇ ਉਨੇ ਜ਼ਿਆਦਾ ਲੌਸਿਸ ਹੁੰਦੇ ਨੇ। ਐਂਡ ਦਸ ਕੈਨ ਓਨਲੀ ਬੀ ਯੂਜ਼ਡ ਓਵਰ ਸ਼ਾਰਟ ਡਿਸਟੈਂਸਿਸ। ਤਾਂ ਜ਼ਿਆਦਾ ਲੌਸਿਸ ਹੋਣ ਦੇ ਕਰਕੇ ਹੀ ਇਹਨੂੰ ਛੋਟੇ ਡਿਸਟੈਂਸਿਸ ਦੀ ਕਮਿਊਨੀਕੇਸ਼ਨ ਲਈ ਯੂਜ਼ ਕੀਤਾ ਜਾਂਦਾ ਹੈ। ਐਂਡ ਲੋਅਰ ਬੈਂਡਵਿਡਥ, ਅਤੇ ਇਹਨਾਂ ਦਾ ਡਾਟਾ ਜਿਹੜਾ ਰੇਟ ਹੈ ਕੈਰੀ ਕਰਨ ਦਾ ਉਹ ਵੀ ਕੀ ਹੈ, ਘੱਟ ਹੈ ਐਜ਼ ਕੰਪੇਅਰ ਟੂ ਸਿੰਗਲ ਮੋਡ ਫਾਈਬਰ। ਟਾਈਪਸ ਆਫ ਮਲਟੀ ਮੋਡ ਫਾਈਬਰਸ। ਤਾਂ ਮਲਟੀ ਮੋਡ ਫਾਈਬਰਸ ਦੀਆਂ ਅੱਗੇ ਦੋ ਟਾਈਪਸ ਨੇ। ਆਪਾਂ ਮਲਟੀ ਮੋਡ ਫਾਈਬਰ ਪੜ੍ਹਿਆ ਕਿ ਕੀ ਹੁੰਦੇ ਨੇ। ਮਲਟੀ ਮੋਡ ਫਾਈਬਰ ਉਹ ਫਾਈਬਰਸ ਨੇ ਜਿਹਦੇ ਵਿੱਚ ਇੱਕ ਤੋਂ ਵੱਧ ਲਾਈਟ ਰੇਜ਼ ਇੱਕ ਟਾਈਮ 'ਤੇ ਐਂਟਰ ਕਰ ਸਕਦੀਆਂ ਹਨ। ਤਾਂ ਇਹਦੇ ਵੀ ਅੱਗੇ ਦੋ ਟਾਈਪਸ ਨੇ। ਇਹਨਾਂ ਨੂੰ ਵੀ ਇੰਡੈਕਸ ਬੇਸਿਸ 'ਤੇ ਦੋ ਪਾਰਟਸ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਸਟੈਪ ਇੰਡੈਕਸ ਮਲਟੀ ਮੋਡ ਫਾਈਬਰ ਅਤੇ ਦੂਸਰਾ ਹੈ ਗ੍ਰੇਡਡ ਇੰਡੈਕਸ ਮਲਟੀ ਮੋਡ ਫਾਈਬਰ। ਸਟੈਪ ਇੰਡੈਕਸ ਮਲਟੀ ਮੋਡ ਫਾਈਬਰ ਦੋ ਤਰ੍ਹਾਂ ਦਾ ਹੁੰਦਾ ਹੈ। ਇਸ ਵਿੱਚ ਵੀ ਦੋ ਮੋਡਸ ਨੇ, ਸਟੈਪ ਇੰਡੈਕਸ ਸਿੰਗਲ ਮੋਡ ਫਾਈਬਰ, ਮਲਟੀ ਮੋਡ ਸਟੈਪ ਇੰਡੈਕਸ ਫਾਈਬਰ। ਤਾਂ ਇੱਕ ਤਾਂ ਇਹ ਸਿੰਗਲ ਮੋਡ ਵਿੱਚ ਹੋਏਗਾ ਅਤੇ ਦੂਸਰਾ ਮਲਟੀ ਮੋਡ ਵਿੱਚ ਹੋਏਗਾ। ਅਤੇ ਗ੍ਰੇਡਡ ਇੰਡੈਕਸ ਮਲਟੀ ਮੋਡ ਫਾਈਬਰ ਦੇ ਵਿੱਚ ਸਿਰਫ ਸਟੈਪ ਇੰਡੈਕਸ ਮਲਟੀ ਮੋਡ ਫਾਈਬਰ ਹੀ ਹੁੰਦਾ ਹੈ। ਸਟੈਪ ਇੰਡੈਕਸ ਫਾਈਬਰ, ਤਾਂ ਆਪਾਂ ਪੜ੍ਹ ਰਹੇ ਹਾਂ ਸਟੈਪ ਇੰਡੈਕਸ ਮਲਟੀ ਮੋਡ ਫਾਈਬਰ। ਇਸ ਵਿੱਚ ਆਪਾਂ ਦੇਖ ਰਹੇ ਹਾਂ ਕਿ ਦੋ ਪਾਰਟਸ ਨੇ, ਕੋਰ ਅਤੇ ਕਲੈਡਿੰਗ। ਇੱਕ ਲਾਈਟ ਰੇ ਐਕਸੈਪਟੈਂਸ ਕੋਨ ਤੋਂ, ਮਤਲਬ ਇੱਕ ਐਕਸੈਪਟੈਂਸ ਐਂਗਲ ਤੋਂ ਫਾਈਬਰ ਦੇ ਐਕਸਿਸ ਰਾਹੀਂ ਐਂਟਰ ਕਰ ਰਹੀ ਹੈ ਕੋਰ ਦੇ ਵਿੱਚ। ਤਾਂ ਕੋਰ ਦਾ ਜੋ ਰਿਫਰੈਕਟਿਵ ਇੰਡੈਕਸ ਹੈ ਉਹ ਜ਼ਿਆਦਾ ਹੈ ਕਲੈਡਿੰਗ ਦੇ ਨਾਲੋਂ। ਕੋਰ ਵਿੱਚ ਲਾਈਟ ਟੋਟਲ ਇੰਟਰਨਲ ਰਿਫਲੈਕਸ਼ਨ ਰਾਹੀਂ ਟਰਾਂਸਮਿਟਿੰਗ ਐਂਡ ਤੋਂ ਰਿਸੀਵਿੰਗ ਐਂਡ ਤੱਕ ਪਹੁੰਚਦੀ ਹੈ। ਤਾਂ ਟੋਟਲ ਇੰਟਰਨਲ ਰਿਫਲੈਕਸ਼ਨ ਤੁਹਾਨੂੰ ਪਿੱਛੇ ਵੀ ਦੱਸਿਆ ਹੈ ਕਿ ਇਸ ਵਿੱਚ ਲਾਈਟ ਰੇ ਇੱਕ ਜਿਹੜੇ ਇੰਸੀਡੈਂਟ ਐਂਗਲ 'ਤੇ ਐਂਟਰ ਕਰਦੀ ਹੈ ਉਸਦਾ ਐਂਗਲ ਕ੍ਰਿਟੀਕਲ ਐਂਗਲ ਨਾਲੋਂ ਜ਼ਿਆਦਾ ਹੋਣ ਕਰਕੇ ਲਾਈਟ ਆਪਣੇ ਮੀਡੀਅਮ ਵਿੱਚ ਵਾਪਸ ਆ ਜਾਂਦੀ ਹੈ। ਤਾਂ ਉਸਨੂੰ ਕੀ ਕਹਿੰਦੇ ਨੇ, ਟੋਟਲ ਇੰਟਰਨਲ ਰਿਫਲੈਕਸ਼ਨ। ਤਾਂ ਕੋਰ ਦੇ ਵਿੱਚ ਲਾਈਟ ਟੋਟਲ ਇੰਟਰਨਲ ਰਿਫਲੈਕਸ਼ਨ ਰਾਹੀਂ ਟਰਾਂਸਮਿਟਿੰਗ ਐਂਡ ਤੋਂ ਰਿਸੀਵਰ ਐਂਡ ਤੱਕ ਪਹੁੰਚਦੀ ਹੈ। ਤਾਂ ਡਾਇਗਰਾਮ ਵਿੱਚ ਦੇਖੋ ਕਿ ਕੋਰ ਦਾ ਜੋ ਡਾਇਆਮੀਟਰ ਹੈ ਉਹ 100 ਤੋਂ ਲੈ ਕੇ 500 ਮਾਈਕਰੋਮੀਟਰ ਤੱਕ ਹੁੰਦਾ ਹੈ। ਤਾਂ ਜਦੋਂ ਵੀ ਲਾਈਟ ਐਕਸੈਪਟੈਂਸ ਐਂਗਲ ਰਾਹੀਂ ਆਪਾਂ ਪਾਸ ਕਰਵਾਉਂਦੇ ਹਾਂ ਤਾਂ ਕੋਰ ਕਲੈਡਿੰਗ ਦੀ ਬਾਉਂਡਰੀ ਦੇ ਉੱਪਰ ਟੋਟਲ ਇੰਟਰਨਲ ਰਿਫਲੈਕਸ਼ਨ ਫਿਨੋਮੇਨਾ ਅਕਰ ਕਰਦਾ ਹੈ। ਤਾਂ ਤੁਸੀਂ ਦੇਖੋਗੇ ਡਾਇਗਰਾਮ ਦੇ ਵਿੱਚ ਕਿ ਬਾਉਂਡਰੀ ਦੇ ਉੱਪਰ ਟੋਟਲ ਇੰਟਰਨਲ ਰਿਫਲੈਕਸ਼ਨ ਰਾਹੀਂ ਲਾਈਟ ਰਿਫਲੈਕਟ ਹੋ ਕੇ ਵਾਪਸ ਕੋਰ ਵਿੱਚ ਆ ਜਾਂਦੀ ਹੈ। ਤਾਂ ਉਹ ਫਿਰ ਬਾਉਂਡਰੀ ਦੇ ਉੱਪਰ ਰਿਫਲੈਕਟ ਹੋ ਕੇ ਵਾਪਸ ਉੱਪਰ ਨੂੰ ਚਲੀ ਜਾਂਦੀ ਹੈ। ਤਾਂ ਇਸ ਤਰ੍ਹਾਂ ਟੋਟਲ ਇੰਟਰਨਲ ਰਿਫਲੈਕਸ਼ਨ ਰਾਹੀਂ ਹੀ ਇਹ ਜ਼ਿਗਜ਼ੈਗ ਪੈਟਰਨ ਦੇ ਵਿੱਚ ਅੱਗੇ ਟਰੈਵਲ ਕਰਦੀ ਰਹਿੰਦੀ ਹੈ। ਤਾਂ ਇਸ ਤਰ੍ਹਾਂ ਲਾਈਟ ਕੋਰ ਦੇ ਵਿੱਚੋਂ ਟਰਾਂਸਮਿਟਿੰਗ ਐਂਡ ਤੋਂ ਲੈ ਕੇ ਰਿਸੀਵਿੰਗ ਐਂਡ ਤੱਕ ਪਹੁੰਚਦੀ ਹੈ। When two light rays enter in the core of fiber at different angles, ਹੁਣੇ ਆਪਾਂ ਦੇਖਿਆ ਕਿ ਆਪਾਂ ਕੀ ਪੜ੍ਹ ਰਹੇ ਹਾਂ, ਸਟੈਪ ਇੰਡੈਕਸ ਮਲਟੀ ਮੋਡ ਫਾਈਬਰ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਕਿ ਸਟੈਪ ਇੰਡੈਕਸ ਦਾ ਕੀ ਮਤਲਬ ਹੈ। ਸਟੈਪ ਇੰਡੈਕਸ ਦਾ ਮਤਲਬ ਹੈ ਕਿ ਜੋ ਰਿਫਰੈਕਟਿਵ ਇੰਡੈਕਸ ਹੈ ਕੋਰ ਦਾ ਉਹ ਕੌਨਸਟੈਂਟ ਰਹਿੰਦਾ ਥਰੂ ਆਊਟ ਦਾ ਕੋਰ। ਤਾਂ ਕੋਰ ਦੇ ਵਿੱਚ ਹਰ ਜਗ੍ਹਾ 'ਤੇ ਰਿਫਰੈਕਟਿਵ ਇੰਡੈਕਸ ਦੀ ਵੈਲਿਊ ਸੇਮ ਹੁੰਦੀ ਹੈ। ਤਾਂ ਇੱਕ ਟਾਈਮ ਦੇ ਉੱਪਰ ਹੁਣ ਇੱਥੇ ਦੇਖੋ ਕਿ ਕਿੰਨੀਆਂ ਰੇਜ਼ ਐਂਟਰ ਕਰ ਰਹੀਆਂ। ਇੱਕ ਤਾਂ ਰੈੱਡ ਕਲਰ ਦੀ ਰੇ ਐਂਟਰ ਕਰ ਰਹੀ ਹੈ, ਇੱਕ ਬਲੈਕ ਕਲਰ ਦੀ ਰੇ ਐਂਟਰ ਕਰ ਰਹੀ ਹੈ। ਤਾਂ ਆਪਾਂ ਇਹਦੇ ਵਿੱਚ ਦੋ ਹੀ ਸ਼ੋਅ ਕੀਤੀਆਂ, ਪਰ ਇੱਕ ਟਾਈਮ 'ਤੇ ਇਹਦੇ ਵਿੱਚ ਬਹੁਤ ਸਾਰੀ ਲਾਈਟ ਰੇਜ਼ ਐਂਟਰ ਕਰ ਸਕਦੀਆਂ ਨੇ। ਇਹਦੇ ਵਿੱਚ ਨੰਬਰ ਆਫ ਰੇਜ਼ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਲਾਈਟ ਰੇਜ਼ ਡਿਫਰੈਂਟ ਐਂਗਲਸ 'ਤੇ ਭੇਜ ਸਕਦੇ ਹਾਂ। ਅਤੇ ਇਹ ਸਾਰੀਆਂ ਜੋ ਲਾਈਟ ਰੇਜ਼ ਨੇ ਇਹ ਅੱਡ ਅੱਡ ਹੀ ਪਾਥ ਫੋਲੋ ਕਰਦੀਆਂ ਨੇ। ਠੀਕ ਹੈ, ਜਿਹੜੇ ਐਂਗਲ 'ਤੇ ਇਹਨਾਂ ਨੂੰ ਆਪਾਂ ਐਂਟਰ ਕਰਾਵਾਂਗੇ ਉਸ ਹਿਸਾਬ ਨਾਲ ਹੀ ਆਪਣਾ ਇਹ ਪਾਥ ਫੋਲੋ ਕਰਦੀਆਂ ਨੇ। ਤਾਂ ਬਹੁਤ ਸਾਰੀਆਂ ਰੇਜ਼ ਦਾ ਮਤਲਬ ਹੈ, ਜਦੋਂ ਆਪਾਂ ਬਹੁਤ ਸਾਰੀਆਂ ਰੇਜ਼ ਐਂਟਰ ਕਰਾਵਾਂਗੇ ਤਾਂ ਉਸ ਦਾ ਮਤਲਬ ਹੈ ਕਿ ਇਹ ਬਹੁਤ ਸਾਰੀਆਂ ਇਨਫੋਰਮੇਸ਼ਨ ਨੂੰ
ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਭੇਜ ਸਕਦੇ ਨੇ। ਅਤੇ ਇਹਨਾਂ ਦਾ ਜੋ ਟਾਈਮ ਡਿਊਰੇਸ਼ਨ ਵੀ ਹੋਏਗਾ ਉਹ ਕੀ ਹੋਏਗਾ, ਅਲੱਗ-ਅਲੱਗ ਹੋਏਗਾ। ਕੋਰ ਵਿੱਚ ਟਰੈਵਲ ਕਰਨ ਦਾ ਸਮਾਂ ਵੀ ਅਲੱਗ ਹੋਏਗਾ ਅਤੇ ਇਹ ਰਿਸੀਵਰ ਐਂਡ 'ਤੇ ਵੀ ਅੱਡ-ਅੱਡ ਸਮੇਂ 'ਤੇ ਪਹੁੰਚਣਗੀਆਂ। ਦ ਰਿਫਰੈਕਟਿਵ ਇੰਡੈਕਸ ਆਫ ਦ ਕੋਰ ਐਂਡ ਦ ਕਲੈਡਿੰਗ ਆਰ ਕੌਨਸਟੈਂਟ। ਤਾਂ ਹੁਣੇ ਤੁਹਾਨੂੰ ਦੱਸਿਆ ਕਿ ਸਟੈਪ ਇੰਡੈਕਸ ਦਾ ਮਤਲਬ ਇਹ ਹੈ ਕਿ ਜਿਸ ਵਿੱਚ ਰਿਫਰੈਕਟਿਵ ਇੰਡੈਕਸ ਹੈ ਜੋ ਕੋਰ ਅਤੇ ਕਲੈਡਿੰਗ ਦਾ, ਇਹ ਕੀ ਦੋਵੇਂ ਨੇ ਕੌਨਸਟੈਂਟ ਨੇ ਥਰੂ ਆਊਟ ਦਾ ਕੇਬਲ। ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿਹੜਾ ਕੋਰ ਦਾ ਰਿਫਰੈਕਟਿਵ ਇੰਡੈਕਸ ਹੋਊਗਾ ਸਾਰੇ ਮਟੀਰੀਅਲ ਦੇ ਵਿੱਚ ਉਹ ਕੀ ਹੋਊਗਾ, ਸੇਮ ਹੋਊਗਾ। ਦੇਖੋ ਇਹਦੇ ਵਿੱਚ ਆਪਾਂ ਦੇਖਿਆ ਸੀ ਕਿ ਇੱਕ ਨੂਮੈਰੀਕਲ ਅਪਰਚਰ ਵੀ ਪੜ੍ਹਿਆ ਸੀ। ਤਾਂ ਨੂਮੈਰੀਕਲ ਅਪਰਚਰ ਦਾ ਮਤਲਬ ਕੀ ਹੈ ਕਿ ਲਾਈਟ ਦੀ ਫਾਈਬਰ ਵਿੱਚੋਂ ਪਾਸ ਕਰਨ ਦੀ ਕੀ ਕੈਪੈਸਿਟੀ ਹੈ। ਜਿਵੇਂ ਜਿਵੇਂ ਨੂਮੈਰੀਕਲ ਅਪਰਚਰ ਇਨਕਰੀਜ਼ ਕਰੀ ਜਾਂਦਾ ਉਵੇਂ ਉਵੇਂ ਰੇਜ਼ ਦੀ ਜਿਹੜੀ ਕੁਆਲਿਟੀ ਹੈ ਜਾਂ ਕੁਆਂਟਿਟੀ ਹੈ ਉਹ ਵੀ ਕੀ ਕਰੀ ਜਾਂਦੀ ਆ, ਇਨਕਰੀਜ਼ ਕਰੀ ਜਾਂਦੀ ਹੈ। ਪਰ ਆਪਟੀਕਲ ਫਾਈਬਰ ਦੇ ਕੇਸ ਵਿੱਚ ਜੇ ਨੂਮੈਰੀਕਲ ਅਪਰਚਰ ਲੋ ਹੈ ਤਾਂ ਆਪਣੇ ਕੋਲ ਕੀ ਹੋਏਗਾ, ਉਨੀ ਫਾਈਬਰ ਦੀ ਪਾਸ ਕਰਨ ਦੀ ਕੈਪੈਸਿਟੀ ਕੀ ਹੋਈ ਜਾਊਗੀ, ਲੋ ਹੋਈ ਜਾਊਗੀ। ਤਾਂ ਇੱਕ ਮੰਨ ਲਓ ਐਕਸੈਪਟੈਂਸ ਕੋਨ ਆ, ਇੱਕ ਐਕਸੈਪਟੈਂਸ ਐਂਗਲ ਦੇ ਉੱਪਰ ਲਾਈਟ ਰੇ ਐਂਟਰ ਕਰਦੀ ਨੇ। ਸਪੋਜ਼ ਆਪਣਾ ਇਨਪੁਟ ਸਿਗਨਲ ਹੈ ਇੱਕ ਸਕੁਆਇਰ ਵੇਵ, ਤਾਂ ਆਪਣੇ ਕੋਲ ਆਊਟਪੁੱਟ ਕੀ ਆਏਗਾ, ਇੱਕ ਰਾਊਂਡ ਸ਼ੇਪ ਦੇ ਵਿੱਚ ਆ ਜਾਏਗਾ। ਤਾਂ ਆਊਟਪੁੱਟ ਸਿਗਨਲ ਕੀ ਆ ਜਾਏਗਾ ਆਪਣੇ ਕੋਲ, ਇੱਕ ਥੋੜ੍ਹਾ ਜਿਹਾ ਮਤਲਬ ਸਰਕੂਲਰ ਜੀ ਸ਼ੇਪ ਦੇ ਵਿੱਚ ਆ ਜਾਏਗਾ ਆਊਟਪੁੱਟ ਦੇ ਉੱਪਰ। ਹੁਣ ਆਪਾਂ ਦੇਖਾਂਗੇ ਕਿ ਇਸ ਵਿੱਚ ਰਿਫਰੈਕਟਿਵ ਇੰਡੈਕਸ ਕਿਸ ਤਰ੍ਹਾਂ ਦਾ ਹੋਵੇਗਾ। ਦ ਫਰੰਟ ਪਾਰਟ ਸ਼ੋਜ਼ ਦ ਰਿਫਰੈਕਟਿਵ ਇੰਡੈਕਸ। ਦ ਰਿਫਰੈਕਟਿਵ ਇੰਡੈਕਸ ਆਫ ਦ core of the step index fiber is constant throughout the core। ਤਾਂ ਜੋ ਫਰੰਟ ਪਾਰਟ ਹੈ ਕੋਰ ਅਤੇ ਕਲੈਡਿੰਗ ਦਾ, ਉਹ ਆਪਾਂ ਨੂੰ ਕੀ ਸ਼ੋ ਕਰਦਾ ਕਿ ਰਿਫਰੈਕਟਿਵ ਇੰਡੈਕਸ ਕਿਸ ਤਰ੍ਹਾਂ ਦਾ ਹੈ। ਤਾਂ ਆਪਾਂ ਤੁਹਾਨੂੰ ਦੱਸਿਆ ਕਿ ਪਹਿਲਾਂ ਹੀ ਕਿ ਜੋ ਕੋਰ ਦਾ ਰਿਫਰੈਕਟਿਵ ਇੰਡੈਕਸ ਹੈ ਉਹ ਕੌਨਸਟੈਂਟ ਹੋਊਗਾ ਥਰੂ ਆਊਟ ਦਾ ਕੋਰ। ਤਾਂ ਮਤਲਬ ਇਹ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੀ ਰਹੇਗਾ ਰਿਫਰੈਕਟਿਵ ਇੰਡੈਕਸ ਕੋਰ ਅਤੇ ਕਲੈਡਿੰਗ ਦਾ ਕੌਨਸਟੈਂਟ ਰਹੇਗਾ। ਅਤੇ ਜੋ ਫਰੰਟ ਪਾਰਟ ਹੈ ਉਹ ਕੀ ਸ਼ੋ ਕਰਦਾ, ਆਊਟਪੁੱਟ ਕੀ ਸ਼ੋ ਕਰ ਰਿਹਾ ਆਪਾਂ ਨੂੰ, ਰਿਫਰੈਕਟਿਵ ਇੰਡੈਕਸ ਆਫ ਕੋਰ ਐਂਡ ਕਲੈਡਿੰਗ। ਗ੍ਰੇਡਡ ਇੰਡੈਕਸ ਫਾਈਬਰ। ਤਾਂ ਦੂਸਰਾ ਆਪਣੇ ਕੋਲ ਇਹਦਾ ਟਾਈਪ ਸੀ ਗ੍ਰੇਡਡ ਇੰਡੈਕਸ ਫਾਈਬਰ। ਇਹਦੇ ਵਿੱਚ ਇਹਦਾ ਡਾਇਆਮੀਟਰ ਕਿੰਨਾ ਹੈ, 50 ਮਾਈਕਰੋਮੀਟਰ। ਆਪਾਂ ਪਹਿਲਾਂ ਦੇਖਿਆ ਸੀ ਕਿ ਅਗਰ ਆਪਾਂ ਸਿੰਗਲ ਮੋਡ ਕਰਦੇ ਹਾਂ ਤਾਂ ਉਹਦੇ ਵਿੱਚ ਡਾਇਆਮੀਟਰ ਕੀ ਹੈ, ਬਹੁਤ ਸਮਾਲ ਸਾਈਜ਼ ਦਾ ਹੈ। ਅਤੇ ਮਲਟੀ ਮੋਡ ਦੇ ਵਿੱਚ ਕੀ ਹੋਊਗਾ, ਡਾਇਆਮੀਟਰ ਜਿਹੜਾ ਹੋਊਗਾ ਕੋਰ ਦਾ ਉਹ ਜ਼ਿਆਦਾ ਹੋਊਗਾ। ਇਸੇ ਕਰਕੇ ਹੀ ਉਹ ਸਪੋਰਟ ਕਰਦਾ ਬਹੁਤ ਸਾਰੀ ਰੇਜ਼ ਨੂੰ ਐਂਟਰ ਕਰਨ ਦੇ ਲਈ। ਤਾਂ ਇਸ ਵਿੱਚ ਗ੍ਰੇਡਡ ਇੰਡੈਕਸ ਵਿੱਚ ਆਪਣਾ ਫਾਈਬਰ ਦਾ ਜੋ ਡਾਇਆਮੀਟਰ ਹੈ ਉਹ ਕਿੰਨਾ ਹੈ, 50 ਮਾਈਕਰੋਮੀਟਰ। ਦ ਰਿਫਰੈਕਟਿਵ ਇੰਡੈਕਸ ਆਫ ਦ core is not uniform and the cladding has a uniform refractive index। ਤਾਂ ਇਸ ਵਿੱਚ ਪਿਛਲੇ ਆਪਾਂ ਜੋ ਪੜ੍ਹਿਆ ਸਟੈਪ ਇੰਡੈਕਸ ਫਾਈਬਰ, ਤਾਂ ਉਹਦੇ ਵਿੱਚ ਕੋਰ ਅਤੇ ਕਲੈਡਿੰਗ ਦੋਨਾਂ ਦਾ ਹੀ ਰਿਫਰੈਕਟਿਵ ਇੰਡੈਕਸ ਯੂਨੀਫਾਰਮ ਸੀ ਥਰੂ ਆਊਟ ਦਾ ਕੇਬਲ। ਤਾਂ ਪੂਰੇ ਟਾਈਮ ਇਹਨਾਂ ਦਾ ਕੀ ਰਹਿੰਦਾ ਸੀ, ਕੌਨਸਟੈਂਟ ਰਹਿੰਦਾ ਸੀ। ਉਹਦੀ ਵੈਲਿਊ ਕੀ ਹੁੰਦੀ ਸੀ, ਚੇਂਜ ਨਹੀਂ ਹੁੰਦੀ ਸੀ ਕਿਹਦੀ, ਰਿਫਰੈਕਟਿਵ ਇੰਡੈਕਸ ਦੀ। ਪਰ ਗ੍ਰੇਡਡ ਇੰਡੈਕਸ ਫਾਈਬਰ ਦੇ ਕੇਸ ਵਿੱਚ ਕੋਰ ਦਾ ਰਿਫਰੈਕਟਿਵ ਇੰਡੈਕਸ ਯੂਨੀਫਾਰਮ ਨਹੀਂ ਹੁੰਦਾ, ਮਤਲਬ ਕੋਰ ਦਾ ਰਿਫਰੈਕਟਿਵ ਇੰਡੈਕਸ ਇੱਕੋ ਜਿਹਾ ਨਹੀਂ ਹੁੰਦਾ। ਤਾਂ ਕੋਰ ਦਾ ਜੋ ਰਿਫਰੈਕਟਿਵ ਇੰਡੈਕਸ ਹੈ ਇਹ ਸੈਂਟਰ ਦੇ ਵਿੱਚ ਸਭ ਤੋਂ ਜ਼ਿਆਦਾ ਹੋਏਗਾ। ਅਤੇ ਜਿਸ ਤਰ੍ਹਾਂ ਅਸੀਂ ਉੱਪਰ ਵੱਲ ਨੂੰ ਜਾਵਾਂਗੇ, ਮਤਲਬ ਕਲੈਡਿੰਗ ਦੀ ਬਾਉਂਡਰੀ ਵੱਲ ਜਾਵਾਂਗੇ, ਤਾਂ ਉੱਥੇ ਦਾ ਰਿਫਰੈਕਟਿਵ ਇੰਡੈਕਸ ਕੀ ਹੋਊਗਾ, ਘੱਟ ਹੋਊਗਾ। ਬਟ ਕਲੈਡਿੰਗ ਦਾ ਜੋ ਰਿਫਰੈਕਟਿਵ ਇੰਡੈਕਸ ਹੈ ਉਹ ਕੀ ਹੈ, ਸਾਰੀ ਜਗ੍ਹਾ 'ਤੇ ਕੀ ਹੈ, ਸੇਮ ਹੈ, ਯੂਨੀਫਾਰਮ ਹੈ। ਅਤੇ ਚੇਂਜ ਕਿਹਦਾ ਹੁੰਦਾ, ਸਿਰਫ ਕੋਰ ਦਾ, ਜਿਹਦਾ ਮੈਕਸੀਮਮ ਹੁੰਦਾ ਕੋਰ ਦੇ ਉੱਪਰ, ਮਤਲਬ ਸੈਂਟਰ ਦੇ ਉੱਪਰ, ਐਕਸਿਸ ਦੇ ਉੱਪਰ। ਅਤੇ ਜਿਸ ਤਰ੍ਹਾਂ ਆਪਾਂ ਉੱਪਰ ਨੂੰ ਜਾਵਾਂਗੇ, ਬਾਉਂਡਰੀ ਵੱਲ ਨੂੰ ਜਾਵਾਂਗੇ ਜਾਂ ਨੀਚੇ ਵਾਲੀ ਬਾਉਂਡਰੀ ਵੱਲ ਨੂੰ ਜਾਵਾਂਗੇ ਕਲੈਡਿੰਗ ਦੀ, ਤਾਂ ਉੱਥੇ ਉਹਦਾ ਰਿਫਰੈਕਟਿਵ ਇੰਡੈਕਸ ਕੀ ਹੋਊਗਾ, ਘੱਟ ਹੋਊਗਾ, ਡਿਕਰੀਜ਼ ਕਰਨਾ ਸ਼ੁਰੂ ਕਰ ਦੂਗਾ। ਨੈਕਸਟ ਡਾਇਗਰਾਮ ਦੇ ਵਿੱਚ ਤੁਸੀਂ ਦੇਖੋ, ਦ ਰਿਫਰੈਕਟਿਵ ਇੰਡੈਕਸ ਆਫ ਦ ਕੋਰ ਆਫ ਦ ਗ੍ਰੇਡਡ ਇੰਡੈਕਸ ਫਾਈਬਰ ਇਜ਼ ਮੈਕਸੀਮਮ ਐਟ ਦ ਸੈਂਟਰ ਆਫ ਦ ਕੋਰ ਐਂਡ ਦੈਨ ਇਟ ਡਿਕਰੀਜ਼ਿਜ਼ ਟੂਵਰਡਸ ਦ ਕੋਰ ਕਲੈਡਿੰਗ ਇੰਟਰਫੇਸ। ਹੁਣ ਦੇਖੋ ਇਸ ਡਾਇਗਰਾਮ ਦੇ ਵਿੱਚ ਇੱਕ ਐਕਸੈਪਟੈਂਸ ਐਂਗਲ ਦੇ ਉੱਪਰ, ਐਕਸੈਪਟੈਂਸ ਕੋਨ ਦੇ ਉੱਪਰ ਆਪਾਂ 4 ਰੇਜ਼ ਨੂੰ ਐਂਟਰ ਕਰਾਇਆ, ਠੀਕ ਹੈ। ਤਾਂ ਇਹ ਚਾਰੋਂ ਰੇਜ਼ ਜਦੋਂ ਕੋਰ ਕਲੈਡਿੰਗ ਦੀ ਬਾਉਂਡਰੀ 'ਤੇ ਗਈਆਂ, ਇੰਟਰਫੇਸ 'ਤੇ ਗਈਆਂ, ਤਾਂ ਇਹਦੇ ਵਿੱਚ ਹੁਣ ਕੋਰ ਦਾ ਜਿਸ ਤਰ੍ਹਾਂ ਆਪਾਂ ਉੱਪਰ ਨੂੰ ਜਾਵਾਂਗੇ, ਬਾਉਂਡਰੀ ਵੱਲ ਜਾਵਾਂਗੇ ਕਲੈਡਿੰਗ ਦੀ, ਤਾਂ ਕੀ ਹੋਊਗਾ, ਰਿਫਰੈਕਟਿਵ ਇੰਡੈਕਸ
ਘੱਟ ਹੋਊਗਾ। ਇਸੇ ਕਰਕੇ ਹੀ ਇਹ ਰਿਫਰੈਕਟਿਵ ਇੰਡੈਕਸ ਘੱਟ ਹੋਣ ਦੇ ਕਰਕੇ ਹੀ ਟੋਟਲ ਇੰਟਰਨਲ ਰਿਫਲੈਕਸ਼ਨ ਫਿਨੋਮੀਨਾ ਨਹੀਂ ਹੁੰਦਾ, ਅਤੇ ਇਹ ਨਾ ਹੀ ਕੀ ਹੁੰਦੀਆਂ ਨੇ ਉਹਦੇ ਨਾਲ ਸਟਰਾਈਕ ਕਰਕੇ ਵਾਪਸ ਆਉਂਦੀਆਂ ਨੇ। ਤਾਂ ਇਹ ਕੀ ਕਰਦੇ ਨੇ, ਇੱਕ ਸਰਕੂਲਰ ਜਾਂ ਹੈਲੀਕਲ ਸ਼ੇਪ ਬਣਾ ਲੈਂਦੀਆਂ ਨੇ ਅਤੇ ਵਾਪਸ ਫਾਈਬਰ ਐਕਸਿਸ 'ਤੇ ਹੀ ਆ ਜਾਂਦੀਆਂ ਨੇ। ਤਾਂ ਇਹ ਚਾਰੋਂ ਰੇਜ਼ ਕੀ ਕਰਦੀਆਂ ਨੇ, ਉੱਪਰੋਂ ਜਾ ਕੇ ਫਾਈਬਰ ਐਕਸਿਸ ਨੂੰ ਪਾਸ ਨਹੀਂ ਕਰਦੀਆਂ, ਵਾਪਸ ਫਾਈਬਰ ਐਕਸਿਸ 'ਤੇ ਆ ਜਾਂਦੀਆਂ ਨੇ। ਦ ਲਾਈਟ ਰੇਜ਼ ਪ੍ਰੋਪੀਗੇਟ ਥਰੂ ਇਟ ਇਨ ਦਾ ਫਾਰਮ ਆਫ ਹੈਲੀਕਲ ਰੇਜ਼। ਤਾਂ ਇਹਦੇ ਵਿੱਚੋਂ ਜਿੰਨੀਆਂ ਵੀ ਲਾਈਟ ਰੇਜ਼ ਐਂਟਰ ਕਰਦੀਆਂ ਨੇ ਤਾਂ ਉਹ ਕੀ ਕਰਦੀਆਂ ਨੇ, ਹੈਲੀਕਲ ਰੇਜ਼ ਦੀ ਫਾਰਮ ਦੇ ਵਿੱਚ ਕਰਦੀਆਂ ਨੇ। ਜਿਸ ਤਰ੍ਹਾਂ ਇਹ ਦੇਖੋ ਸਰਕੂਲਰ ਰੇਜ਼ ਬਣੀ ਜਾਂਦੀਆਂ ਨੇ, ਤਾਂ ਇਸੇ ਫਾਰਮ ਦੇ ਵਿੱਚ ਹੀ ਇਹ ਟਰੈਵਲ ਕਰਦੀਆਂ ਨੇ। ਦੇ ਨੈਵਰ ਕ੍ਰਾਸ ਦਾ ਫਾਈਬਰ। ਤਾਂ ਕਦੇ ਵੀ ਇਹ ਫਾਈਬਰ ਐਕਸਿਸ ਨੂੰ ਪਾਰ ਨਹੀਂ ਕਰਦੀਆਂ। ਜੋ ਲਾਈਟ ਰੇਜ਼ ਉੱਪਰ ਵਾਲੇ ਪਾਰਟ 'ਚ ਨੇ, ਦੇਖੋ ਐਕਸਿਸ ਦੇ ਜੋ ਉੱਪਰ ਵਾਲੇ ਪਾਰਟ 'ਚ ਨੇ ਉਹ ਉੱਪਰ ਵਾਲੇ ਪਾਰਟ 'ਚ ਹੀ ਰਹਿੰਦੀਆਂ ਨੇ, ਅਤੇ ਜੋ ਨੀਚੇ ਵਾਲੇ ਪਾਰਟਸ ਨੇ ਉਹ ਨੀਚੇ ਵਾਲੇ ਪਾਰਟ 'ਚ ਐਕਸਿਸ ਦੇ ਹੀ ਰਹਿੰਦੀਆਂ ਨੇ। ਤਾਂ ਇੱਕ ਹੈਲੀਕਲ ਸ਼ੇਪ ਬਣਾਉਂਦੀਆਂ ਨੇ, ਇਹ ਕਦੇ ਵੀ ਫਾਈਬਰ ਨੂੰ ਕ੍ਰਾਸ ਨਹੀਂ ਕਰਦੀਆਂ। ਤਾਂ ਇਹਦਾ ਰਿਫਰੈਕਟਿਵ ਇੰਡੈਕਸ ਵੀ ਕੀ ਹੋਊਗਾ, ਥੋੜ੍ਹਾ ਜਿਹਾ ਸ਼ਾਰਪ ਹੋਊਗਾ। ਤੁਸੀਂ ਆਊਟਪੁੱਟ 'ਤੇ ਦੇਖੋ, ਜੋ ਕਲੈਡਿੰਗ ਹੈ ਦੇਖੋ, ਕਿਉਂਕਿ ਕਲੈਡਿੰਗ ਦਾ ਜੋ ਰਿਫਰੈਕਟਿਵ ਇੰਡੈਕਸ ਹੈ ਉਹ ਕਾਂਸਟੈਂਟ ਹੈ, ਬਟ ਕੋਰ ਦਾ ਰਿਫਰੈਕਟਿਵ ਇੰਡੈਕਸ ਕੀ ਹੋ ਰਿਹਾ, ਚੇਂਜ ਹੋ ਰਿਹਾ, ਜੋ ਕਿ ਸੈਂਟਰ 'ਤੇ ਤਾਂ ਮੈਕਸੀਮਮ ਹੈ, ਬਟ ਜਿਵੇਂ ਜਿਵੇਂ ਉੱਪਰ ਨੂੰ ਜਾਂਦੇ ਹਾਂ ਆਪਾਂ ਕਲੈਡਿੰਗ ਦੀ ਬਾਉਂਡਰੀ ਵੱਲ ਜਾਂਦੇ ਹਾਂ, ਉਹ ਕੀ ਕਰਦਾ ਰਹਿੰਦਾ, ਡਿਕਰੀਜ਼ ਕਰਦਾ ਰਹਿੰਦਾ। ਇਸੇ ਕਰਕੇ ਹੀ ਆਊਟਪੁੱਟ ਦੇ ਉੱਪਰ ਕੀ ਹੋਏਗਾ, ਥੋੜ੍ਹਾ ਜਿਹਾ ਸ਼ਾਰਪ ਵੇਵ ਹੋਏਗੀ। ਜਦੋਂ ਕਿ ਪਿਛਲੇ ਵਿੱਚ ਆਪਾਂ ਦੇਖਿਆ ਸਟੈਪ ਇੰਡੈਕਸ ਦੇ ਵਿੱਚ ਤਾਂ ਉੱਥੇ ਥੋੜ੍ਹੀ ਸਰਕੂਲਰ ਸ਼ੇਪ ਸੀ। ਕਿਉਂ ਸੀ, ਕਿਉਂਕਿ ਜੋ ਕੋਰ ਦਾ ਰਿਫਰੈਕਟਿਵ ਇੰਡੈਕਸ ਕੀ ਸੀ, ਕਾਂਸਟੈਂਟ ਸੀ ਥਰੂ ਆਊਟ ਦਾ ਕੋਰ। ਬਟ ਇਹਦੇ ਵਿੱਚ ਕੀ ਹੈ, ਕੋਰ ਦਾ ਰਿਫਰੈਕਟਿਵ ਇੰਡੈਕਸ ਸੈਂਟਰ 'ਤੇ ਤਾਂ ਸਭ ਤੋਂ ਜ਼ਿਆਦਾ, ਅਤੇ ਜਿਵੇਂ ਜਿਵੇਂ ਉੱਪਰ ਨੂੰ ਜਾ ਰਹੇ ਹਾਂ ਤਾਂ ਕੀ ਹੋ ਰਿਹਾ, ਘਟ ਰਿਹਾ। ਅੱਜ ਤੁਸੀਂ ਆਪਟੀਕਲ ਫਾਈਬਰ ਕਮਿਊਨੀਕੇਸ਼ਨ ਦਾ 3rd ਚੈਪਟਰ ਦੇਖਿਆ, ਜਿਸ ਵਿੱਚ ਸਭ ਤੋਂ ਪਹਿਲਾਂ ਪੜ੍ਹਿਆ ਆਪਾਂ ਐਕਸੈਪਟੈਂਸ ਐਂਗਲ, ਮਤਲਬ ਉਹ ਮੈਕਸੀਮਮ ਐਂਗਲ ਜੋ ਫਾਈਬਰ ਦੇ ਐਕਸਿਸ 'ਤੇ ਬਣਦਾ ਹੈ ਜਦੋਂ ਲਾਈਟ ਟਰੈਵਲ ਕਰਦੀ ਹੈ ਕੋਰ ਦੇ ਵਿੱਚੋਂ। ਤਾਂ ਦੂਸਰਾ ਕੀ ਆਪਾਂ ਪੜ੍ਹਿਆ, ਨੂਮੈਰੀਕਲ ਅਪਰਚਰ, ਮਤਲਬ ਲਾਈਟ ਦੀ ਫਾਈਬਰ ਵਿੱਚੋਂ ਪਾਸ ਕਰਨ ਦੀ ਕੀ ਕਪੈਸਿਟੀ ਹੁੰਦੀ ਹੈ, ਕਿੰਨੀ ਕਪੈਸਿਟੀ ਹੁੰਦੀ ਹੈ। ਇਹ ਕਾਹਦੇ 'ਤੇ ਡਿਪੈਂਡ ਕਰਦਾ, ਨੂਮੈਰੀਕਲ ਅਪਰਚਰ ਦੇ ਉੱਪਰ। ਉਸ ਤੋਂ ਬਾਅਦ ਆਪਾਂ ਕੀ ਦੇਖਿਆ, ਮੋਡਸ। ਤਾਂ ਮੋਡਸ ਬਾਰੇ ਪੜ੍ਹਿਆ, ਮੋਡਸ ਕੀ ਹੁੰਦੇ ਨੇ, ਮੋਡ ਦੀ ਬੇਸਿਕ ਡੈਫੀਨੇਸ਼ਨ ਦੇਖੀ ਕਿ ਮੋਡ ਕੀ ਹੈ, ਇੱਕ ਤਰੀਕਾ ਹੈ ਜਿਸ ਰਾਹੀਂ ਲਾਈਟ ਫਾਈਬਰ ਦੇ ਵਿੱਚੋਂ ਇੱਕ ਜਗ੍ਹਾ 'ਤੇ ਦੂਸਰੀ ਜਗ੍ਹਾ ਤੱਕ ਜਾਂਦੀ ਹੈ। ਤਾਂ ਕਿਹੜੇ ਕਿਹੜੇ ਮੋਡਸ ਦੇਖੇ ਆਪਾਂ, ਸਿੰਗਲ ਮੋਡ ਅਤੇ ਮਲਟੀ ਮੋਡ। ਤਾਂ ਸਿੰਗਲ ਮੋਡ ਕੀ ਸੀ, ਜਿਸ ਵਿੱਚੋਂ ਸਿਰਫ ਇੱਕ ਹੀ ਲਾਈਟ ਰੇ ਇੱਕ ਟਾਈਮ 'ਤੇ ਕੋਰ ਦੇ ਵਿੱਚੋਂ ਟਰੈਵਲ ਕਰਦੀ ਹੈ। ਅਤੇ ਮਲਟੀ ਮੋਡ ਕੀ ਸਨ, ਜਿਸ ਵਿੱਚ ਇੱਕ ਟਾਈਮ 'ਤੇ ਇੱਕ ਜਾਂ ਇੱਕ ਤੋਂ ਵੱਧ ਰੇਜ਼ ਐਂਟਰ ਕਰ ਸਕਦੀਆਂ ਨੇ ਅਤੇ ਟਰੈਵਲ ਕਰਦੀਆਂ ਨੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ। ਉਸ ਤੋਂ ਬਾਅਦ ਮਲਟੀ ਮੋਡ ਦੀਆਂ ਅੱਗੇ ਕਲਾਸੀਫਿਕੇਸ਼ਨ ਨੂੰ ਦੇਖਿਆ ਕਿ ਮਲਟੀ ਮੋਡਸ ਕਿੰਨੇ ਟਾਈਪ ਦਾ ਹੁੰਦਾ ਹੈ। ਤਾਂ ਇਹਨੂੰ ਇੰਡੈਕਸ ਬੇਸਿਸ 'ਤੇ 2 ਟਾਈਪਸ ਵਿੱਚ ਵੰਡਿਆ ਗਿਆ ਸੀ, ਸਟੈਪ ਇੰਡੈਕਸ ਅਤੇ ਗ੍ਰੇਡਡ ਇੰਡੈਕਸ। ਸਟੈਪ ਇੰਡੈਕਸ ਦਾ ਮਤਲਬ ਸੀ ਕਿ ਕੋਰ ਦਾ ਰਿਫਰੈਕਟਿਵ ਇੰਡੈਕਸ ਥਰੂ ਆਊਟ ਦਾ ਫਾਈਬਰ ਕੀ ਰਹਿੰਦਾ, ਸੇਮ ਰਹਿੰਦਾ, ਕਾਂਸਟੈਂਟ ਰਹਿੰਦਾ, ਕੋਰ ਅਤੇ ਕਲੈਡਿੰਗ ਦਾ ਰਿਫਰੈਕਟਿਵ ਇੰਡੈਕਸ। ਜਦੋਂ ਕਿ ਗ੍ਰੇਡਡ ਇੰਡੈਕਸ ਵਿੱਚ ਕੀ ਪੜ੍ਹਿਆ ਕਿ ਕੋਰ ਦਾ ਰਿਫਰੈਕਟਿਵ ਇੰਡੈਕਸ ਕਾਂਸਟੈਂਟ ਨਹੀਂ ਹੁੰਦਾ, ਸੈਂਟਰ 'ਤੇ ਇਹ ਕੀ ਹੁੰਦਾ, ਸਭ ਤੋਂ ਜ਼ਿਆਦਾ ਹੁੰਦਾ, ਅਤੇ ਜਿਵੇਂ ਜਿਵੇਂ ਇਹ ਕਲੈਡਿੰਗ ਦੀ ਬਾਉਂਡਰੀ ਵੱਲ ਜਾਂਦਾ ਤਾਂ ਇਹਦਾ ਰਿਫਰੈਕਟਿਵ ਇੰਡੈਕਸ ਡਿਕਰੀਜ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਜਦੋਂ ਕਿ ਕਲੈਡਿੰਗ ਦਾ ਰਿਫਰੈਕਟਿਵ ਇੰਡੈਕਸ ਕੀ ਹੁੰਦਾ, ਕਾਂਸਟੈਂਟ ਹੁੰਦਾ, ਸਿਰਫ ਕੋਰ ਦਾ ਰਿਫਰੈਕਟਿਵ ਇੰਡੈਕਸ ਚੇਂਜ ਹੁੰਦਾ ਰਹਿੰਦਾ, ਯੂਨੀਫਾਰਮ ਨਹੀਂ ਹੁੰਦਾ। ਸਟੈਪ ਇੰਡੈਕਸ ਗ੍ਰੇਡਡ ਫਾਈਬਰ ਨੂੰ ਵੀ ਅੱਗੇ 2 ਟਾਈਪਸ ਵਿੱਚ ਵੰਡਿਆ ਗਿਆ ਹੈ। ਇਹਦੇ ਵਿੱਚ ਪਹਿਲਾ ਕਿਹੜਾ, ਇਹਨੂੰ ਮੋਡ ਬੇਸਿਸ ਦੇ ਉੱਪਰ 2 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲਾ ਕੀ ਹੈ, ਸਿੰਗਲ ਮੋਡ ਸਟੈਪ ਇੰਡੈਕਸ ਫਾਈਬਰ। ਦੂਸਰਾ ਕੀ ਪੜ੍ਹਿਆ ਸੀ, ਮਲਟੀ ਮੋਡ ਸਟੈਪ ਇੰਡੈਕਸ ਫਾਈਬਰ। ਸਿੰਗਲ ਮੋਡ ਦੇ ਵਿੱਚ ਕੀ ਹੁੰਦਾ ਹੈ, ਇੱਕ ਹੀ ਲਾਈਟ ਰੇ ਇੱਕ ਟਾਈਮ 'ਤੇ ਐਂਟਰ ਕਰਦੀ ਹੈ, ਅਤੇ ਮਲਟੀ ਮੋਡ ਦੇ ਵਿੱਚ ਕੀ ਸੀ, ਬਹੁਤ ਸਾਰੀਆਂ ਲਾਈਟ ਰੇਜ਼ ਡਿਫਰੈਂਟ ਐਂਗਲ 'ਤੇ ਐਂਟਰ ਕਰਦੀਆਂ ਨੇ ਅਤੇ ਡਿਫਰੈਂਟ ਐਂਗਲ 'ਤੇ ਕੀ ਕਰਦੀਆਂ ਨੇ, ਟਰੈਵਲ ਕਰਦੀਆਂ ਨੇ। ਗ੍ਰੇਡਡ ਇੰਡੈਕਸ ਦੇ ਵਿੱਚ ਸਿਰਫ ਇੱਕ ਹੀ ਮੋਡ ਹੁੰਦਾ ਹੈ, ਸਿੰਗਲ ਮੋਡ। ਤਾਂ ਇਹ ਸੀ 3rd ਚੈਪਟਰ ਦੇ ਸਟਾਰਟਿੰਗ ਵਾਲੇ ਟੌਪਿਕਸ। ਆਪਾਂ ਨੈਕਸਟ ਲੈਕਚਰ ਦੇ ਵਿੱਚ ਇਹਦੇ ਬਾਕੀ ਟੌਪਿਕਸ ਕਰਾਂਗੇ, ਜਿਸ ਵਿੱਚ ਕੀ ਪੜ੍ਹਾਂਗੇ ਆਪਾਂ, ਸਿੰਗਲ ਮੋਡ ਅਤੇ ਮਲਟੀ ਮੋਡ ਫਾਈਬਰ ਦਾ ਡਿਫਰੈਂਸ ਕੀ ਹੈ, ਆਪਟੀਕਲ ਫਾਈਬਰ ਦੀ ਬੇਸਿਕ ਸਟਰਕਚਰ ਕੀ ਹੈ, ਇਹ ਕਿਸ ਮਟੀਰੀਅਲ ਦਾ ਬਣਿਆ ਹੁੰਦਾ ਹੈ, ਇਹਦੇ ਵਿੱਚ ਕਿਹੜੇ ਕਿਹੜੇ ਤਰ੍ਹਾਂ ਦੀਆਂ ਕੇਬਲ ਯੂਜ਼ ਹੁੰਦੀਆਂ ਨੇ, ਅਤੇ ਬੇਸਿਕ ਫਾਈਬਰ ਦੀਆਂ ਕੀ ਸਟਰਕਚਰ ਹੁੰਦੀਆਂ ਨੇ। ਉਸ ਤੋਂ ਬਾਅਦ ਆਪਾਂ ਇਹਦੀ ਕੇਬਲ ਕੰਸਟਰਕਸ਼ਨ ਬਾਰੇ ਪੜ੍ਹਾਂਗੇ ਅਤੇ ਕਿੰਨੇ ਤਰ੍ਹਾਂ ਦੀਆਂ ਆਪਟੀਕਲ ਫਾਈਬਰ ਕੇਬਲਸ ਹੁੰਦੀਆਂ ਨੇ।
ਉਮੀਦ ਹੈ ਕਿ ਤੁਹਾਨੂੰ ਇਹ ਲੈਕਚਰ ਸਮਝ ਆ ਗਿਆ ਹੋਵੇਗਾ। ਧੰਨਵਾਦ।